ਤਾਂ ਜਿੱਥੇ 6 ਗੁਰੂ ਜੋਤਾਂ ਦੀ ਬਾਣੀ ਭਾਵ ਦਸੇ ਜਾਮੇ ਇੱਕ ਸਰੂਪ ਸਨ, 10 ਗੁਰੂ ਸਾਹਿਬਾਨ ਬਾਣੀ ਨੂੰ ਸਿਰ ਚੁੱਕਦਾ, ਉੱਥੇ ਨਾਲ ਹੀ ਜਿਹੜੇ ਪ੍ਰਮਾਤਮਾ ਦੀ ਦਰਗਾਹੇ ਪੁੱਗੇ ਹੋਏ 15 ਭਗਤ ਹਰ ਗੁਰੂਦਰ ਪਹੁੰਚ ਕੇ ਜਿਨ੍ਹਾਂ ਨੂੰ ਆਤਮਿਕ ਸਕੂਨ ਮਿਲਿਆ, ਜਿਨ੍ਹਾਂ ਨੂੰ ਆਤਮਿਕ ਟਿਕਾਓ ਮਿਲਿਆ, ਉਹਨਾਂ 11 ਭੱਟਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਦਰਜ ਹੈ। ਉਹਨਾਂ ਨੂੰ ਵੀ ਸਿਰ ਝੁਕਦਾ, ਭਗਤਾਂ ਨੂੰ, ਭੱਟਾਂ ਨੂੰ ਔਰ ਗੁਰੂ ਕੇ ਸਿੱਖਾਂ ਨੂੰ। ਬਾਬਾ ਸੁੰਦਰ ਜੀ, ਬਾਬਾ ਸੱਤਾ ਜੀ, ਬਲਵੰਡ ਜੀ, ਬਾਬਾ ਮਰਦਾਨਾ ਜੀ, ਇਹਨਾਂ 4 ਗੁਰਸਿੱਖਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਨੀ ਕੀਤੀ ਹੈ। ਸੋ ਅੱਜ ਦੇ ਪਾਵਨ ਸ਼ਬਦ ਰਾਹੀਂ ਭਗਤ ਤ੍ਰਿਲੋਚਨ ਜੀ ਮਨੁੱਖੀ ਜੀਵਨ ਦੀ ਦਾਸਤਾਨ, ਮਨੁੱਖੀ ਜੀਵਨ ਦੀ ਹਾਲਤ, ਕਿਸ ਕਰਕੇ ਪਰਮੇਸ਼ਰ ਤੋਂ ਪਾਸੇ ਚੱਲਦਾ ਹੈ, ਕਿਸ ਕਾਰਨ ਪ੍ਰਮਾਤਮਾ ਤੋਂ ਬੇਮੁਖ ਹੋਇਆ ਫਿਰਦਾ ਹੈ, ਇਹ ਕੁਝ ਸਵਾਲਾਤ ਤੇ ਜਵਾਬਾਤ ਅੱਜ ਦੇ ਪਾਵਨ ਸ਼ਬਦ ਰਾਹੀਂ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਵਿਚਾਰ ਸਾਂਝੀ ਅੱਗੇ ਕਰੀਏ, ਉਦੋਂ ਪਹਿਲਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਈਏ। ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸ਼ਰਧਾ ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ, ਸਰੀਰ ਦੀ ਸਾਵਧਾਨਤਾ ਇਤਿਆਦ ਇਹਨਾਂ ਸਤਿਗੁਣਾਂ ਨੂੰ ਹਿਰਦੇ ਅੰਦਰ ਧਾਰਨ ਕਰਦੇ ਹੋਏ ਆਓ ਪ੍ਰੇਮ ਸਹਿਤ ਸਰਵਣ ਕਰਦੇ ਹਾਂ ਜੀ। ਸ੍ਰੀ ਰਾਗ ਤ੍ਰਿਲੋਚਨ ਕਾ। ਵੇਖੋ, ਜਿੱਥੇ ਗੁਰੂ ਸਾਹਿਬਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਉੱਥੇ ਸ਼ਲੋਕ ਮਹੱਲਾ ਪਹਿਲਾ ਜਾਂ ਰਾਗ ਦਾ ਨਾਂ ਲੈ ਕਰਕੇ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਨਾਵਾਂ ਇਹ ਆਪਾਂ ਨੂੰ ਪ੍ਰਾਪਤ ਹੁੰਦੇ ਨੇ। ਗੁਰੂ ਸਾਹਿਬਾਂ ਦੇ ਜੋ ਆਪਣੇ ਲਿਖਤ ਦੇ ਮੁਤਾਬਕ ਕਿ ਇਹ ਸ਼ਬਦ ਫਲਾਣੇ ਜਾਮੇ ਵਿੱਚ ਰਚਿਆ ਗਿਆ ਸੀ, ਉੱਥੇ ਭਗਤਾਂ ਦੇ ਮਾਮਲੇ ਦੇ ਵਿੱਚ ਐਸਾ ਨਹੀਂ ਹੈ। ਭਗਤਾਂ ਦਾ ਨਾਮ ਆਵੇਗਾ, ਜਿਵੇਂ ਗੁਰੂ ਸਾਹਿਬ ਜੀ ਦਾ ਨਾਮ 6 ਦੀਆਂ 6 ਜੋਤਾਂ ਨੇ ਨਾਨਕ ਸ਼ਬਦ ਹੀ ਵਰਤਿਆ। ਕੋਈ ਦੂਸਰਾ ਜਾਂ ਹੋਰ ਤਰੀਕੇ ਨਾਲ ਬਈ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਦੂਜੇ ਪਾਤਸ਼ਾਹ ਦੀ ਬਾਣੀ ਆ ਗਈ ਤੇ ਉੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪਾਵਨ ਨਾਮ ਨਹੀਂ ਆਵੇਗਾ। ਜੇ ਬਾਣੀ 5ਵੇਂ ਪਾਤਸ਼ਾਹ ਦੀ ਆ ਗਈ ਰਚੀ ਹੋਈ ਤੇ ਉੱਥੇ ਗੁਰੂ ਅਰਜਨ ਦੇਵ ਦਾ ਨਾਮ ਨਹੀਂ ਆਵੇਗਾ। ਕੇਵਲ ਸਾਰੇ ਗੁਰੂ ਜੋਤਾਂ ਦੀ ਬਾਣੀ ਦੇ ਵਿੱਚ ਅਖੀਰ ਤੇ ਨਾਨਕ ਸ਼ਬਦ ਆਉਂਦਾ ਤੇ ਭਗਤਾਂ ਦੀ ਪਹਿਚਾਣ ਵੱਖਰੀ ਵੱਖਰੀ ਬਣੀ ਰਵੇ। ਬਾਣੀ ਤੇ ਸਾਰੀ ਇੱਕੇ ਥਾਂ ਹੈ ਉਹਨਾਂ ਦੀ, ਔਰ ਉਹਨਾਂ ਦੇ ਦੁਆਰਾ ਉਚਾਰਨ ਕੀਤੇ ਹੋਏ ਸ਼ਬਦ ਜਿਸ ਵੀ ਭਗਤ ਜਨ ਵੱਲੋਂ ਉਚਾਰਨ ਕੀਤੇ ਨੇ, ਗੁਰੂ ਜੀ ਨੇ ਉੱਥੇ ਉਹਨਾਂ ਦਾ ਹੀ ਨਾਮ ਜਿਹੜਾ ਹੈ ਦਰਜ ਕਰਨਾ ਕੀਤਾ। ਸ੍ਰੀ ਰਾਗ ਤ੍ਰਿਲੋਚਨ ਕਾ, ਇੱਥੇ ਘਰ ਦੂਜਾ ਜਾਂ ਚੌਥਾ ਜਾਂ ਪੰਜਵਾਂ ਨਹੀਂ। ਜਿਹੜਾ ਘਰ ਪਿੱਛੇ ਭਗਤ ਕਬੀਰ ਜੀ ਦੇ ਸ਼ਬਦ ਦੇ ਵਿੱਚ ਆਇਆ ਸੀ, ਏਕ ਸਵਾਨ ਕੈ ਘਰ ਗਾਵਣਾ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਵਿਆਲ। ਉਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 24ਵੇਂ ਅੰਗ ਤੇ ਸੁਸ਼ੋਭਿਤ ਤੇ ਉੱਥੇ ਮਹੱਲੇ ਪਹਿਲੇ ਦੀ ਬਾਣੀ ਜਿਹੜੀ ਆ ਉਹ ਗਾਇਨ ਕਰਨ ਦਾ ਹੁਕਮ ਰੱਖਿਆ ਹੈ। ਸੁਰ ਤਾਲ ਦੇ ਚੌਥੇ ਘਰ ਵਿੱਚ ਤਾਂ ਇਹ ਸ਼ਬਦ ਜਿਹੜਾ ਭਗਤ ਤਰਲੋਚਨ ਜੀ ਦਾ ਹੈ ਇਹ ਵੀ ਚੌਥੇ ਘਰ ਵਿੱਚ ਹੀ ਗਾਣਾ ਹੈ, ਕਿਉਂਕਿ ਅੱਗੇ ਬਦਲਿਆ ਨਹੀਂ, ਅਜੇ ਉਹੀ ਪ੍ਰਕਰਣ ਉਹੀ ਘਰ ਚੱਲਦਾ ਆ ਰਿਹਾ ਹੈ। ਸੋ ਇਸ ਕਰਕੇ ਚੌਥੇ ਘਰ ਦੇ ਸੁਰਤਾਲ ਦੇ ਵਿੱਚ ਇਹਨੂੰ ਗਾਇਨ ਕਰਨਾ। ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਨਮ ਜਰਾ ਮਰਨ ਭਉ ਵਿਸਰ ਗਿਆ। ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਆਗਲੜਾ ਕਹਿੰਦੇ ਬਹੁਤ ਜ਼ਿਆਦਾ। ਪ੍ਰਾਣੀ ਦੇ ਮਨ ਵਿੱਚ ਮਾਇਆ ਦਾ ਮੋਹ ਵੱਡਾ ਭਾਰੂ ਹੋਇਆ। ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ। ਜਰਾ ਕਹਿੰਦੇ ਬੁਢੇਪਾ, ਮਰਨ ਮੌਤ, ਇਹ ਚੀਜ਼ਾਂ ਵਿਸਰੀਆਂ। ਮਾਇਆ ਦਾ ਮੋਹ ਏਡਾ ਪ੍ਰਬਲ ਹੈ, ਮਾਇਆ ਦਾ ਮੋਹ ਏਡਾ ਭਾਰੂ ਹੋ ਗਿਆ ਮਨੁੱਖੀ ਬਿਰਤੀ ਤੇ, ਇਹਨੂੰ ਆਪਣਾ ਹਸ਼ਰ ਭੁੱਲ ਗਿਆ, ਇਹਨੂੰ ਆਪਣਾ ਉਹ ਅੰਤ ਦਾ ਵੇਲਾ ਚੇਤੇ ਨਹੀਂ। ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ, ਜਰਾ ਕਹਿੰਦੇ ਬੁਢੇਪਾ। 3 ਸਟੇਜਾਂ ਨੇ ਮੁੱਖ ਬਿਆਨ ਕੀਤੀਆਂ, ਵੈਸੇ ਤਾਂ 10 ਸਟੇਜਸ ਨੇ। ਮਹਾਰਾਜ ਆਪਣੀ ਪਵਿੱਤਰ ਬਾਣੀ ਚ ਬਚਨ ਕਰਦੇ ਨੇ, 10 ਬਾਲ ਤਨ 20 ਸ਼ਰਵਣ, 30 ਕਾ ਸੁੰਦਰ ਕਹਾਵੇ, 40 ਪੁਰ ਹੋਈ 85 ਪਗ ਖਿਸੈ, 60 ਕੇ ਬੁਢੇਪਾ ਆਵੇ, 70 का मत हीण, 80 का व्यवहार न पावे, 90 का सेजासनी मूल न जाने आप बाल, टंडोलम ढूंढम डिठ में नानक जग धूने का धवल हर। सो ਕਹਿੰਦੇ ਮਾਇਆ ਨੇ ਏਡਾ ਵਿਚਲਿਤ ਕਰ ਦਿੱਤਾ ਮਨੁੱਖ ਨੂੰ ਵੀ ਬਚਪਨ ਕਦੋਂ ਲੰਘਿਆ ਪਤਾ ਨਹੀਂ ਲੱਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ, 10ਵੇਂ ਦਦਾ ਹੋਆ ਸਵਾ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਇਰਾ। ਇਸ ਕਰਕੇ ਹਜ਼ੂਰ ਬਚਨ ਕਰਦੇ ਨੇ, ਭਾਈ ਜਨਮ ਲੈਂਦੇ ਸਾਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਅਮਰ ਕੀਏ ਹੁਕਮ ਐਸਾ ਇਹਦੇ ਤੇ ਲਾਗੂ ਕੀਤਾ ਜੀਵ ਤੇ, ਜਿਸ ਨਾਮ ਦੇ ਆਸਰੇ ਮਾਤਾ ਦੇ ਉਦਰ ਵਿੱਚ ਇਹਦਾ ਜੀਵਨ ਬਣਿਆ ਹੋਇਆ ਸੀ, ਉਹ ਨਾਮ ਇਹਨੂੰ ਭੁੱਲ ਗਿਆ। ਬੁੱਧੀ ਤੇ ਮੋਹ ਦਾ ਆਵਰਣ ਪਰਦਾ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਮਾਤਾ ਦੇ ਨੀਰ ਦੇ ਨਾਲ, ਮਾਤਾ ਦੇ ਦੁੱਧ ਦੇ ਨਾਲ ਪਿਆਰ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਦੂਜੀ ਸਟੇਜ ਆਈ, ਥੋੜਾ ਸੁਰਤ ਸੰਭਲੀ, ਮਾਏ ਬਾਪ ਕੀ ਸੁਧ। ਮਾਏ ਤੋਂ ਭਾਵ ਮਾਤਾ, ਬਾਪ ਤੋਂ ਭਾਵ ਪਿਤਾ। ਦੂਜੀ ਸਟੇਜ ਤੇ ਆ ਕਰਕੇ ਮਾਤਾ ਪਿਤਾ ਦੇ ਪਹਿਲਾਂ ਬੋਲ ਸੁਣ ਕੇ ਸਮਝ ਜਾਂਦਾ। ਮਾਂ ਦਾ ਬੋਲ ਸੁਣਦਾ, ਪਿਤਾ ਦਾ ਬੋਲ ਸੁਣਦਾ ਹੈ, ਮੁਸਕਰਾਉਂਦਾ ਹੈ ਬੱਚਾ, ਸੁਖਦ ਅਨੁਭਵ ਕਰਦਾ ਹੈ। ਤੀਜਾ ਭਈਆ ਭਾਬੀ ਬੇਬ। ਤੀਜੀ ਸਟੇਜ ਤੇ ਜਾ ਕਰਕੇ ਭਈਆ ਕਹੀਏ ਭਰਾ, ਭਾਬੀ ਭਰਾ ਦੇ ਘਰ ਵਾਲੀ, ਬੇਬ ਬੇਬੇ, ਭੈਣ ਭੈਣ ਭਰਾ ਤੇ ਹੋਰ ਸੰਬੰਧੀਆਂ ਦੀ ਪਹਿਚਾਣ ਆ ਗਈ ਤੀਜੀ ਸਟੇਜ ਤੇ ਜਾ ਕੇ। ਚੌਥੇ ਪਿਆਰ ਉਪੰਨੀ ਖੇਡ, ਥੋੜਾ ਜਿਹਾ ਹੋਰ ਸੁਰਤ ਸੰਭਲੀ।
ਖੇਡਾਂ ਦੇ ਵਿੱਚ ਪਰਚ ਗਿਆ, ਖਿਡੌਣਿਆਂ ਨਾਲ ਪਰਚ ਗਿਆ। ਚੌਥੇ ਪਿਆਰ ਉਪੰਨੀ ਖੇਡ, ਪਿਆਰ ਉਪੰਨੀ ਕਹੀਏ, ਪੈਦਾ ਕਰ ਦਿੱਤੀ ਮਾਇਆ ਨੇ ਇਹਦੇ ਅੰਦਰ ਖੇਡਾਂ ਦੇ ਪ੍ਰਤੀ ਪ੍ਰੀਤ। ਨੱਚਦਾ, ਕੁੱਦਦਾ, ਦੌੜਦਾ, ਹੋਰ ਖੇਡਾਂ ਖੇਡਦਾ। ਚੌਥੇ ਪਿਆਰ ਉਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ, ਹੋਰ ਸੁੜਾ ਸੰਭਲਿਆ, ਚੰਗਾ ਖਾਣਾ ਮੰਗਦਾ, ਚੰਗਾ ਪਹਿਨਣਾ ਲੋੜਦਾ। ਖਾਣ ਪੀਣ ਕੀ ਧਾਤ, ਧਾਤ ਕਹਿੰਦੇ ਲਗਨ, ਧਾਤ ਕਹਿੰਦੇ ਚਾਹਨਾ, ਚਾਹਤ। ਮੈਂ ਸਵਾਦੀ ਪਦਾਰਥ ਖਾਵਾਂਗਾ, ਮੈਂ ਇਹ ਨਹੀਂ ਖਾਵਾਂਗਾ, ਉਹ ਖਾਵਾਂਗਾ, ਉਹ ਨਹੀਂ ਖਾਵਾਂਗਾ, ਆਹ ਖਾਵਾਂਗਾ। ਖਾਣ ਪੀਣ ਕੀ ਧਾਤ ਇਹਨੂੰ ਕਹਿੰਦੇ ਆ। ਕਿੰਨਾ ਵੀ ਸਵਾਦਿਸ਼ਟ ਪਦਾਰਥ ਘਰਦਿਆਂ ਨੇ, ਪਰਿਵਾਰ ਨੇ, ਮਾਤਾ ਨੇ, ਭੈਣ ਨੇ ਬਣਾਇਆ ਹੋਵੇ ਤੇ ਕੀ ਕਰਦਾ, ਕਹਿੰਦਾ ਤੁਹਾਨੂੰ ਤੇ ਕੁਛ ਬਣਾਉਣਾ ਹੀ ਨਹੀਂ ਆਉਂਦਾ, ਤੁਹਾਨੂੰ ਕੁਝ ਤਿਆਰ ਨਹੀਂ ਕਰਨਾ ਆਉਂਦਾ। ਨੁਕਸ ਕੱਢ ਦਿੰਦਾ, ਇਹਦੇ ਵਿੱਚ ਨਮਕ ਵੱਧ ਹੈ, ਇਹਦੇ 'ਚ ਮਿਰਚਾਂ ਘੱਟ ਨੇ, ਵੱਧ ਪਾਓ, ਵੱਧ ਨਹੀਂ, ਵੱਧ ਪਾਈਏ, ਘੱਟ ਪਾਓ। ਪੰਜਵੇਂ ਖਾਣ ਪੀਣ ਕੀ ਧਾਤ। ਛੇਵੇਂ ਕਾਮ ਨ ਪੁੱਛੇ ਜਾਤ, ਛੇਵੀਂ ਅਵਸਥਾ ਜਾ ਕਰਕੇ ਕਾਮਾਤਰ ਹੋਇਆ, ਯੋਗ ਅਯੋਗ ਕੁਛ ਨਹੀਂ ਦੇਖਦਾ। ਸਤਵਾਂ ਸੰਜ ਕੀਆ ਘਰ ਵਾਸ, ਸਤਵੀਂ ਸਟੇਜ ਤੇ ਜਾ ਕਰਕੇ ਸੰਜ ਸੰਚਿਤ ਕਰਨਾ, ਇਕੱਠਾ ਕਰਨਾ, ਸੰਗ੍ਰਹਿਣ ਕਰਨਾ, ਭੰਡਾਰਨ ਕਰਨਾ। ਇਹ ਦੂਜੇ ਦੇ ਕੋਲ ਸੁੱਖ ਸੁਵਿਧਾ ਦੀ ਫਲਾਣੀ ਵਸਤੂ ਹੈ, ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਉਹਦੇ ਲਈ ਫਿਰ ਯਤਨ ਕਰਦਾ ਕਿ ਜਿਵੇਂ ਕਿਵੇਂ, ਜਿੱਥੋਂ ਕਿੱਥੋਂ ਇਹ ਚੀਜ਼ ਮੈਨੂੰ ਹਾਸਲ ਹੋ ਜਾਵੇ। ਤੋ ਸਤਵਾਂ ਸੰਜ ਕੀਆ ਘਰ ਵਾਸ, ਅੱਠਵਾਂ ਕ੍ਰੋਧ ਹੋਆ ਤਨ ਨਾਸ। ਅੱਠਵੀਂ ਦਸ਼ਾ ਦੇ ਵਿੱਚ, ਅੱਠਵੀਂ ਸਟੇਜ ਦੇ ਵਿੱਚ, ਅੱਠਵਾਂ ਕ੍ਰੋਧ ਹੋਆ ਤਨ ਨਾਸ। ਅੱਠਵੀਂ ਸਟੇਜ ਤੇ ਜਾ ਕਰਕੇ ਕ੍ਰੋਧ ਆਉਂਦਾ ਹੈ। ਤੇ ਕ੍ਰੋਧ ਦਾ ਵੱਡਾ ਕੰਮ ਕੀ ਹੈ? ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਸ ਪ੍ਰਕਾਰ ਅੱਠਵਾਂ ਕ੍ਰੋਧ ਹੋਆ ਤਨ ਨਾਸ। ਅੱਗੇ ਮਾਰੇ ਕਹਿੰਦੇ ਨਾਵੇਂ ਧੌਲੇ ਉਭੇ ਸਾਹ। ਨੌਵੀਂ ਸਟੇਜ ਤੇ ਜਾ ਕਰਕੇ ਜਿਹੜੇ ਜਵਾਨੀ ਦੇ ਵਿੱਚ ਕੇਸ, ਦਾੜੇ ਦੇ, ਸੀਸ ਦੇ, ਸਿਰ ਦੇ ਕੇਸ ਕਾਲੇ ਸਨ, ਉਹ ਸਫੈਦ ਦੁੱਧ ਵਰਗੇ ਹੋ ਗਏ। ਭਗਤ ਭੀਖਨ ਜੀ ਦਾ ਸ਼ਬਦ ਚੇਤੇ ਆਇਆ, ਸਾਂਝਾ ਕਰਦਾ ਚੱਲਾਂ। ਭਗਤ ਭੀਖਨ ਜੀ ਉਸ ਦਸ਼ਾ ਨੂੰ ਇਉਂ ਬਿਆਨਦੇ ਨੇ, ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰਹਿ ਪ੍ਰਾਨੀ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤ ਹੈ ਲਿਹੋ ਉਬਾਰੀ। माथे पीर शरीर जलन है करक करेजे माह। ऐसी वेदन उपज खरी पई वाका औखद नाही। सो इदां दी दशा बन जाती है। तां ते मारे कहंदे इनू माया मोह मन आगलड़ा प्राणी जरा मरण पौ विसर गया। कुटम देख बिगसै कमला ज्यों पर घर जो है कपट नरा। कुटुंब नूं देख करके बिगसै, परिवार नूं देख के खुश हुंदा है। बिगसना, परेशान होना, ये मेरे बच्चे ने, घर वाली है, ये परिवार है, ये संबंधी ने, इहदे नाल फलानी रिश्तेदारी है, इहदे नाल फलानी रिश्तेदारी है। सो कुटुंब नूं देख के बिगसदा। कुटुंब देख बिगसै कमला ज्यों। कमला कहिए बौरा,
ਕਮਲਿਆਂ ਵਾਂਗੂ ਵੇਖ ਵੇਖ ਕੇ ਖੁਸ਼ ਹੋਈ ਜਾਂਦਾ, ਖੁਸ਼ ਹੋਈ ਜਾਂਦਾ। ਪਰ ਘਰ ਜੋ ਹੈ ਕਪਟ ਨਰ, ਜਿੱਥੇ ਆਪਣੇ ਪਰਿਵਾਰ ਦੇ ਵਿੱਚ ਪਰਚਿਆ ਉੱਥੇ ਤੱਕ ਹੀ ਸੀਮਤ ਨਹੀਂ। ਪਰ ਘਰ ਪਰਾਏ ਦਾ ਘਰ ਜਿਉਂਦਾ ਹੈ। ਪਰਾਈ ਇਸਤਰੀ, ਪਰਾਇਆ ਧਨ ਜੋਗਦਾ, ਇਹਦੇ ਕੋ ਕਿੰਨਾ ਕੁ ਪੈਸਾ ਹੋਵੇਗਾ। ਪਰਾਏ ਧਨ ਨੂੰ ਜੋਣ ਤੱਕਣਾ, ਮਾੜੀ ਨੀਤ ਨਾਲ ਤੱਕਣਾ। ਪਰ ਘਰ ਜੋ ਹੈ ਕਪਟ ਨਰ, ਕਪਟੀ ਪੁਰਸ਼, ਜਿਹਦੇ ਮਨ ਦੇ ਵਿੱਚ ਕਪਟ ਭਰਿਆ ਹੋਏ, ਛਲ ਭਰਿਆ ਹੋਵੇ, ਉਹ ਲੋਭ ਦੇ ਅਧੀਨ ਹੋ ਕਰਕੇ ਕੁਛ ਵੀ ਕਰ ਸਕਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਲੋਭੀ ਕਾ ਵੇਸਾਹ ਨ ਕੀਚੈ ਜੇ ਕਾ ਪਾਰ ਵਸਾਏ। ਲੋਭੀ ਕਪਟੀ ਬੰਦੇ ਦਾ ਮਹਾਰਾਜ ਕਹਿੰਦੇ ਭਾਈ ਵਿਸਾਹ ਨਾ ਕਰਿਓ। ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ। ਅੰਤ ਕਾਲ ਲੋਭੀ ਬੰਦਾ ਧਰੂ ਕੇ ਉੱਥੇ ਲੈ ਜਾਵੇਗਾ ਜਿੱਥੇ ਹੱਥ ਨਾ ਪਾਏ, ਜਿੱਥੇ ਕੋਈ ਮੁੜ ਕੇ ਵਾਸੀ ਨਹੀਂ ਰਹਿੰਦਾ ਬੰਦੇ ਦੇ, ਉੱਥੇ ਲਿਜਾ ਕਰਕੇ ਸੁੱਟੇਗਾ। ਲਾਲਚੀ ਬੰਦਾ, ਕਪਟੀ ਬੰਦਾ। ਲੋਭੀ ਕਾ ਵੇਸਾਹ ਨ ਕੀਚੈ ਜੇ ਕਾ ਪਾਰ ਵਸਾਏ। ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨ ਪਾਏ। ਸੋ ਕੁਟੰਬ ਦੇਖ ਬਿਕਸੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ। ਕਪਟੀ ਨਰ, ਕਪਟੀ ਮਨੁੱਖ, ਛਲੀਆ ਮਨੁੱਖ ਪਰਾਏ ਦੇ ਘਰ ਨੂੰ ਜੋਂਦਾ ਹੈ, ਤੱਕਦਾ ਮੈਲੀ ਨਿਗਾਹ ਦੇ ਨਾਲ ਦੂਸਰੇ ਦੇ ਪਰਿਵਾਰ ਨੂੰ। ਪਰਾਈ ਅਮਾਨਤ ਨੂੰ, ਪਰਾਏ ਧਨ ਨੂੰ ਲਾਲਚੀ ਬਿਰਤੀ ਨਾਲ ਦੇਖਦਾ ਹੈ। ਇਹ ਵੀ ਇੱਕ ਦੋਸ਼ ਹੈ। ਪਰ ਧਨ ਦੋਖ ਆਏ ਕਿ ਜੋ ਦੂਸਰੇ ਦੇ ਖੀਸੇ ਵਿੱਚ ਹੈ, ਦੂਜੇ ਦੀ ਜੇਬ ਵਿੱਚ ਹੈ, ਉਹ ਵੀ ਮੇਰੇ ਕੋਲ ਹੀ ਆ ਜਾਣ, ਉਹ ਮਾਇਆ ਵੀ ਮੈਨੂੰ ਮਿਲ ਜਾ। ਉਹ ਸਿਆਣੇ ਕਹਿੰਦੇ ਨਾ ਬਈ ਅਕਲ ਆਪਣੀ ਤੇ ਧਨ ਦੂਸਰੇ ਦਾ। ਫਿਰ ਬੇਨਤੀ ਕਰਾਂ, ਮਨੁੱਖ ਦੀ ਬਿਰਤੀ ਏਦਾਂ ਦੀ ਹੈ ਬਈ ਅਕਲ ਜਿਹੜੀ ਹੈ ਉਹ ਆਪਣੀ ਨੂੰ ਵੱਡੀ ਕਰਕੇ ਮੰਨਦਾ ਹੈ, ਤੇ ਧਨ ਜਿਹੜਾ ਬੇਗਾਨਾ ਹੈ, ਦੂਸਰੇ ਦਾ ਧਨ, ਉਹ ਬਹੁਤਾ ਕਰਕੇ ਮੰਨਦਾ। ਕਹਿੰਦਾ ਮੇਰੇ ਕੋਲ ਤਾਂ ਥੋੜੇ ਜਿੰਨੇ ਨੇ, ਉਹਦੇ ਕੋਲ ਬਹੁਤ ਨੇ, ਉਹ ਫਲਾਣੇ ਦੇ ਕੋਲ ਬਹੁਤ ਪੈਸੇ। ਦੂਜਿਆਂ ਦੀ ਗਿਣੀ ਜਾਊਗਾ, ਦੂਸਰਿਆਂ ਦੀ ਗਿਣੀ ਜਾਊ ਸੁਬਾਹ ਤੋਂ ਲੈ ਕੇ ਸ਼ਾਮ ਤੱਕ। ਸੋ ਪਰ ਘਰ ਜੋ ਹੈ ਕਪਟ ਨਰਾ। ਹਜ਼ੂਰ ਅੱਗੇ ਬਚਨ ਕਰਦੇ ਹਨ, ਦੂੜਾ ਆਇਓ ਹੈ ਜਮਹਿ ਤਣਾ। ਤਣਾ ਕੀ ਤਾਣ ਵਾਲਾ, ਬਲ ਵਾਲਾ, ਬਲ ਪੂਰਵਕ। ਦੂੜਾ ਸਨੇਹਾ, ਸਨੇਹਾ ਆ ਗਿਆ ਕਿਸ ਦਾ? ਜਮਹਿ ਤਣਾ। ਤਾਣ ਵਾਲੇ, ਬਲ ਵਾਲੇ, ਜਿਹਦੇ ਅੱਗੇ ਕੋਈ ਪੇਸ਼ ਨਹੀਂ ਜਾਣੀ, ਉਸ ਕਰੜੇ ਜਮਦੂਤ ਧਰਮਰਾਜ ਦੇ ਭੇਜੇ ਹੋਏ ਸੁਨੇਹਾ ਲੈ ਆਏ। ਦੂੜਾ ਕਹਿੰਦੇ ਸੱਦ ਨੂੰ, ਦੂੜਾ ਕਹਿੰਦੇ ਦੁਹਾਈ ਨੂੰ, ਦੂੜਾ ਕਹਿੰਦੇ ਬੋਲ ਨੂੰ। ਧਰਮਰਾਜੇ ਦਾ ਸੱਦਾ ਲੈ ਕੇ ਜਮਦੂਤ ਆੜ ਪਹੁੰਚੇ। ਦੂੜਾ ਆਇਓ ਹੈ, ਊੜੇ ਦਾ ਮੂੰਹ ਖੁੱਲਾ, ਹਾਹੇ ਨੂੰ ਸਿਹਾਰੀ ਹੈ। ਆਇਓ ਹੈ ਇਦਾਂ ਉਚਾਰਨ ਕਰਨਾ ਇਹਦਾ। ਦੂੜਾ ਆਇਓ ਹੈ ਜਮਹਿ ਤਣਾ। ਜਮਹਿ, ਜਮਹਿ ਤੋਂ ਭਾਵ ਜਮਦੂਤ। ਜਮਦੂਤ ਦੇ ਰੂਪ ਵਿੱਚ ਬਲੀ ਜਮਦੂਤ ਆਣ ਪਹੁੰਚੇ। ਉਹਦਾ ਧਰਮਰਾਜੇ ਦਾ
ਸੁਨੇਹਾ ਲੈ ਕਰਕੇ ਤੈਨੇ ਆਗ ਲੜਿਆ ਮੈਂ ਰਹਿਣ न ਜਾਏ। ਉਸ ਸੱਦੇ ਦੇ ਮੂਹਰੇ, ਆਗ ਲੜੇ ਤੋਂ ਭਾਵ ਇੱਥੇ ਹੈ ਅੱਗੇ, ਉਸ ਸੱਦੇ ਦੇ ਅੱਗੇ ਕਿਸੇ ਦੀ ਪੇਸ਼ ਨਾ ਗਈ, ਅੱਜ ਤੱਕ ਨਾ ਅਗਾਂਹ ਨੂੰ ਜਾਵੇਗੀ। ਜਦੋਂ ਜਾਨੀ ਦਾ ਸੱਦਾ ਆ ਗਿਆ ਤੇ ਉਹਦੇ ਅੱਗੇ ਤਾਂ ਫਿਰ ਕੋਈ ਪੇਸ਼ ਨਹੀਂ ਚੱਲਣੀ। ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ, ਦੋ ਵਾਰੀ ਸ਼ਬਦ ਆਇਆ। ਪਹਿਲਾਂ ਆਗ ਲੜਾ, ਉੱਥੇ ਭਾਵ ਹੈ ਬਹੁਤਾ, ਜ਼ਿਆਦਾ। ਇੱਥੇ ਭਾਵ ਹੈ ਆਗ ਲੜਾ, ਤਿੰਨ ਆਗ ਲੜੇ ਮੈਂ ਰਹਿਣ ਨਾ ਜਾਏ। ਉਹਨਾਂ ਜਮਾਂ ਦੇ ਅੱਗੇ ਮੇਰੀ ਕੋਈ ਪੇਸ਼ ਨਹੀਂ ਚੱਲੇਗੀ। ਤਿੰਨੇ ਆਗ ਲੜੇ ਮੈਂ ਰਹਿਣ ਨਾ ਜਾਏ। ਉਹ ਸੱਦੇ ਦੇ ਆਏ ਤੋਂ ਘਰ ਪਰਿਵਾਰ ਸੰਸਾਰ ਤੇ ਰਹਿਣਾ ਮੁਸ਼ਕਿਲ ਹੈ, ਰਹਿਣ ਨਾ ਜਾਏ। ਬਾਣੀ ਦੇ ਵਿੱਚ ਸਾਰੀਆਂ ਗੱਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤੀਆਂ ਨੇ, ਸੱਚੋ ਸੱਚ। ਮਹਾਰਾਜ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਕਹਿੰਦੇ ਰਹਿਣ ਨਾ ਪਾਵੇ, ਦੁਨੀਆ ਦੇ ਉੱਤੇ ਕੋਈ ਰਹਿ ਨਹੀਂ ਪਾਵੇਗਾ ਸਦਾ ਲਈ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਊਠ ਸਿਧਾਰੇ ਕਹੀਏ, ਉੱਠ ਕੇ ਤੁਰ ਪਏ, ਸਿਧਾਰੇ ਚਲੇ ਗਏ, ਇਹ ਸੰਸਾਰ ਨੂੰ ਛੱਡ ਕੇ ਚਲੇ ਗਏ। ਕੌਣ? ਮੁਨੀ ਜਨ, ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਪੀਰ ਪੈਗੰਬਰ ਔਲੀਏ। ਗੁਰੂ ਸਾਹਿਬਾਨ ਨੇ ਵੀ ਇੱਕ ਸਮੇਂ ਤੇ ਸਰੀਰ ਦਾ ਅੰਤ ਜਦੋਂ ਆਇਆ ਦੇਖਿਆ, ਤਿਆਗ ਦਿੱਤਾ ਸਰੀਰ। ਕਿਉਂਕਿ ਇਹ ਸਰੀਰ ਜਿਹੜਾ ਹੈ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਬੁਢੇਪੇ ਤੋਂ ਬਾਅਦ ਬੁਢਾਪਾ ਦਾ ਮਾਨੋ ਵੀ ਦੁੱਖਾਂ ਦਾ ਹੀ ਘਰ ਹੈ। ਜਦੋਂ ਕੋਈ ਮੰਜੇ ਤੇ ਪਿਆ ਹੁੰਦਾ ਨਾ ਕਿਸੇ ਰੋਗ ਦੇ ਕਾਰਨ, ਉਹਨੂੰ ਪੁੱਛਿਆ ਜਾਣੀ, ਉਹ ਕਹਿੰਦਾ ਮੈਨੂੰ ਤੇ ਰੱਬ ਵੀ ਨਹੀਂ ਚੁੱਕਦਾ, ਮੈਨੂੰ ਤੇ ਰੱਬ ਵੀ ਨਹੀਂ ਚੁੱਕਦਾ। ਰੱਬ ਹੀ ਨਹੀਂ, ਪਰਿਵਾਰ ਵਾਲੇ ਵੀ ਕਹਿਣ ਲੱਗ ਪਏ ਵੀ ਰੱਬ ਹੀ ਭਾਈ ਹੁਣ ਕਿਰਪਾ ਕਰੇ। ਉਹ ਪਿੱਛੇ ਜੇ ਪ੍ਰੇਮੀ ਆ ਗਿਆ, ਉਹ ਕਹਿੰਦਾ ਜੀ ਮੇਰੇ ਬਾਪੂ ਜੀ ਇੰਨੇ ਚਿਰਾਂ ਦੇ ਮੰਜੇ ਤੇ ਨੇ ਤੇ ਉਹਨਾਂ ਦੀ ਕੋਈ ਅਰਦਾਸ ਕਰ ਦਿਓ ਵੀ ਉਹ ਰੁਖਸਤ ਹੋ ਜਾਣ। ਮੈਂ ਕਿਹਾ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਾਰਿਆ, ਗੁਰੂ ਨਾਨਕ ਦਾ ਦਾਰਿਆ, ਇੱਥੇ ਤੇ ਸਭ ਲਈ ਜੀਵਨ ਮੰਗਿਆ ਜਾਂਦਾ ਹੈ, ਚਾਲੇ ਪਾਉਣ ਦੀ ਅਰਦਾਸ ਨਹੀਂ ਕੀਤੀ ਜਾਂਦੀ। ਨਾਲੇ ਅਸੀਂ ਕੌਣ ਹੁੰਨੇ ਆ ਵੀ ਰੱਬ ਨੂੰ ਸਲਾਹ ਦਈਏ ਵੀ ਫਲਾਣੇ ਨੂੰ ਹੁਣ ਜੀ ਸਮੇਟ ਲਓ, ਸਲਾਹਕਾਰ ਥੋੜੀ ਹੈ ਨਾ। ਇੱਥੇ ਦਾ ਗੁਰੂ ਘਰ ਦਾ ਜਿਹੜਾ ਵਜ਼ੀਰ ਹੈ, ਗ੍ਰੰਥੀ ਹੈ, ਉਹ ਵੀ ਸੇਵਕ ਆ, ਉਹ ਕਹਿ ਹੀ ਨਹੀਂ ਸਕਦਾ ਮਾਲਕ ਨੂੰ ਵੀ ਮਹਾਰਾਜ ਏਦਾਂ ਨਹੀਂ ਤੇ ਏਦਾਂ ਕਰ ਦਿਓ। ਇਹ ਬੜੀ ਵੱਡੀ ਅਗਿਆਨਤਾ ਹੁੰਦੀ ਹੈ। ਕਰ ਦਿੰਦੇ ਨੇ ਲੋਕੀ ਅਰਦਾਸਾਂ, ਪਰ ਉਹਨਾਂ ਨੂੰ ਪੁੱਛੇ ਵੀ ਤੁਸੀਂ ਆਪ ਕਿੰਨੀ ਕੋਈ ਹੈਸੀਅਤ ਰੱਖਦੇ ਹੋ। ਕਿਸੇ ਦਾ ਸਰੀਰ ਸੰਸਾਰ ਤੋਂ ਰੁਖਸਤ ਹੋ ਜੇ, ਗੁਰੂ ਦੇ ਅੱਗੇ ਇਹ ਅਰਦਾਸ ਕਰਨੀ ਹੈ। ਤੁਸੀਂ ਜਾਓ ਸ੍ਰੀ ਹਰਿਮੰਦਰ ਸਾਹਿਬ, ਜਦੋਂ ਤੋਂ ਸ੍ਰੀ ਹਰਿਮੰਦਰ ਸਾਹਿਬ ਉਸਰ ਗਿਆ, ਮਰਿਆਦਾ ਪਰੰਪਰਾ ਬਹਾਲ ਹੋ ਗਈ, ਸਾਰੀ ਗੁਰਮਤਿ ਮਰਿਆਦਾ ਗੁਰੂ ਅਰਜਨ ਦੇਵ ਜੀ ਬਣ ਗਏ। ਉੱਥੇ ਅੱਜ ਤੱਕ ਕਿਸੇ ਦਾ ਮਰਗਤ ਦਾ ਭੋਗ ਨਹੀਂ ਪਿਆ, ਨਾ ਕਿਸੇ ਦੀ ਇਦਾਂ ਦੀ ਅਰਦਾਸ ਹੁੰਦੀ ਕਿ ਫਲਾਣੇ ਨੂੰ ਚੜ੍ਹਦੀ ਕਲਾ ਕਰ ਦਿਓ ਜੀ, ਫਲਾਣੇ ਦੀ ਢਹਿੰਦੀ ਕਲਾ ਕਰ ਦਿਓ, ਫਲਾਣੇ ਨੂੰ ਜਿਤਾ ਦਿਓ ਜੀ, ਉਹਨੂੰ ਹਰਾ ਦਿਓ ਜੀ।
ਇਹ ਗੱਲਾਂ ਗੁਰੂ ਸਾਹਿਬ ਅੱਗੇ ਨਹੀਂ, ਇਹ ਰਾਜਨੀਤੀ ਬਾਹਰ ਹੀ ਰੱਖੋ। ਤੇ ਜਿਹੜੇ ਅਰਦਾਸਾਂ ਕਰਦੇ ਨੇ ਉਹ ਵੀ ਅਗਿਆਨਤਾ ਵਿੱਚ ਨੇ। ਸਾਨੂੰ ਕੋਈ ਅਖਤਿਆਰ ਨਹੀਂ ਗੁਰੂ ਕੀ ਹਜ਼ੂਰੀ 'ਚ ਵਿਚਰਨ ਵਾਲਿਆਂ ਨੂੰ ਵੀ ਕਿਸੇ ਦੇ ਜਿੱਤਣ ਦੀ ਅਰਦਾਸ ਕਰ ਦਈਏ, ਕਿਸੇ ਦੇ ਹਾਰਨ ਦੀ ਅਰਦਾਸ ਕਰ ਦਈਏ ਨਾ। ਹਾਂ, ਕਰੋ ਅਰਦਾਸ, ਮਹਾਰਾਜ ਸਾਹਿਬ ਦਾ ਭਲਾ ਕਰਨਾ ਜੀ। ਇਸੇ ਕਰਕੇ ਉਹ ਪੰਗਤੀ ਪੜ੍ਹਦੇ ਆ ਆਪਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਲਾਸਟ ਤੇ ਜਾ ਕੇ ਇਹ ਪੰਗਤੀ ਪੜ੍ਹ ਦਿੱਤੀ ਤੇ ਪਹਿਲਾਂ ਅਰਦਾਸ ਵਿੱਚ ਜੋ ਕਹਿ ਆਏ ਆ ਉਹ ਭਲੇ ਵਾਲੀ ਗੱਲ ਹੈ। ਗੁਰੂ ਸਾਹਿਬ ਸਭਨਾਂ ਦੇ ਨੇ, ਸਭਨਾਂ ਦੇ ਸਾਂਝੇ ਨੇ, ਸਭਨਾਂ ਦਾ ਭਲਾ ਮਨਾਉਂਦੇ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਵੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਭਾਈ ਤੈਨੇ ਆਗ ਲੜੇ ਮੈਂ ਰਹਿਣ ਨਾ ਜਾਏ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਜਾਨੀ ਦੇ ਸੱਦੇ ਨੂੰ ਕਬੂਲ ਕਰਦੇ ਹੋਏ ਸੰਸਾਰ ਤੋਂ ਚਲੇ ਗਏ। ਕੋਈ ਕੋਈ ਸਾਜਣ ਆਏ ਕਹੈ, ਕੋਈ ਵਿਰਲਾ ਸੱਜਣ ਆਏ ਸੰਸਾਰ ਤੇ ਆ ਕੇ ਕਹੈ, ਮੁਖੋਂ ਕਹਿੰਦਾ ਹਰੀ ਦਾ ਨਾਮ ਜਪਦਾ। ਕੋਈ ਸਾਜਣ ਆਏ ਕਹੇ, ਵਿਰਲਾ ਟਾਵਾਂ ਕੋਈ ਕਰੋੜਾਂ ਦੇ ਵਿੱਚੋਂ ਇੱਕ ਉਹ ਆ ਕੇ ਕਹਿੰਦਾ, ਮਹਾਰਾਜ ਮਿਲ ਮੇਰੇ ਬੀਠਲਾ, ਲੈ ਬਾਹੜੀ ਬੁਲਾਏ। ਇਹ ਮੇਰੇ ਬੀਠਲ ਭਗਵਾਨ ਦਾ ਨਾਮ ਹੈ। ਕਹਿੰਦੇ ਇੱਕ ਵਾਰੀ ਭਗਵਾਨ ਜੀ ਵਿਸ਼ਨੂੰ ਭਗਵਾਨ ਆਪਣੇ ਇੱਕ ਪ੍ਰੇਮੀ ਨਿਸ਼ਠਾਵਾਨ ਭਗਤ ਦੇ ਘਰੇ ਚਲੇ ਗਏ। ਭਗਤ ਗਰੀਬ ਸੀ ਵਿਚਾਰਾ, ਮੰਜਾ ਵੀ ਨਹੀਂ ਸੀ, ਕੱਖਾਂ ਦੀ ਕੁੱਲੀ ਦੇ ਵਿੱਚ ਡੰਗ ਟਪਾਈ ਕਰਦਾ। ਉਸ ਵੇਲੇ ਕੋਲ ਇੱਕ ਇੱਟ ਪਈ ਸੀ, ਉਹ ਇੱਟ ਚੁੱਕ ਕੇ ਤੇ ਵਿਸ਼ਨੂੰ ਜੀ ਦੇ ਬੈਠਣ ਵਾਸਤੇ ਮੂਹਰੇ ਧਰ ਦਿੱਤੀ। ਭਗਵਾਨ ਜੀ ਬੈਠੋ। ਉਹਦੀ ਪ੍ਰੇਮ ਭਾਵਨਾ ਨੂੰ ਪ੍ਰਵਾਨ ਕਰਦੇ ਹੋਏ ਵਿਸ਼ਨੂੰ ਜੀ ਉਸ ਇੱਟ ਦੇ ਉੱਤੇ ਬੈਠ ਕੇ ਪ੍ਰੇਮ ਨਾਲ ਨਿੱਠ ਕੇ, ਉਦੋਂ ਤੋਂ ਨਾਮ ਬੀਠਲ ਪੈ ਗਿਆ। ਭਗਤ ਨਾਮਦੇਵ ਜੀ ਵੀ ਮਹਾਰਾਸ਼ਟਰ ਦੇ ਇਲਾਕੇ ਨਾਲ ਸੰਬੰਧਿਤ ਨੇ। ਉਹਨਾਂ ਦਾ ਸਥਾਨ ਪੰਡਰਪੁਰ ਸ੍ਰੀ ਹਜ਼ੂਰ ਸਾਹਿਬ ਤੋਂ ਕੋਈ 80 ਕਿਲੋਮੀਟਰ ਆਇਆ ਦੱਖਣ ਦੀ ਬਾਹੀ ਨੂੰ ਪੰਡਰਪੁਰ, ਜਿੱਥੇ ਉਹਨਾਂ ਨੇ ਦੇਹਰਾ ਫੇਰਿਆ ਸੀ। ਫੇਰ ਦਿਆ ਦੇਹਰਾ ਨਾਮੇ ਕੋ ਪੰਡੀਨ ਕੋ ਪਿਸ਼ਵਾਰਲਾ। ਉਹ ਪੰਡਰਪੁਰ ਇਹ ਵੀ ਮਹਾਰਾਸ਼ਟਰ ਵਿੱਚ ਹੈ। ਭਗਤ ਤਰਲੋਚਨ ਜੀ ਦਾ ਨਗਰ ਉਹ ਵੀ ਮਹਾਰਾਸ਼ਟਰ ਦੀ ਧਰਤੀ ਤੇ ਹੀ ਹੈ। ਹੁਣ ਬੀਠਲ ਸ਼ਬਦ ਉੱਥੇ ਆਮ ਭਗਵਾਨ ਜੀ ਲਈ ਵਰਤਿਆ ਜਾਂਦਾ। ਵਾਹਿਗੁਰੂ ਦਾ ਲਖਾਇਕ ਸ਼ਬਦ ਹੈ, ਪਰਮਾਤਮਾ ਦਾ ਵਾਚਕ ਸ਼ਬਦ ਹੈ। ਮਿਲ ਮੇਰੇ ਬੀਠਲਾ, ਲੈ ਬਾਹੜੀ ਬੁਲਾਏ। हे ਮੇਰੇ ਬੀਠਲ, हे ਮੇਰੇ ਵਾਹਿਗੁਰੂ, ਲੈ ਬਾਹੜੀ। ਬਾਹੜੀ ਕਹਿੰਦੇ ਬਾਹਾਂ ਦੇ ਵਿੱਚ, ਆਪਣੀਆਂ ਬਾਹਾਂ ਦੇ ਵਿੱਚ ਮੈਨੂੰ ਲਪੇਟ ਲੈ, ਵਲਾ ਲੈ, ਮੈਨੂੰ ਆਪਣੀ ਗਲਵਕੜੀ ਦਾ ਆਨੰਦ ਦੇ ਦੇ। ਕੋਈ ਸਾਜਣ ਆਏ ਕਹੇ। ਇਹ ਗੱਲ ਕੋਈ ਵਿਰਲਾ ਭਗਤ ਜਾਨੀ ਕਹੇਗਾ ਨਾ, ਮੇਰੇ ਵਾਹਿਗੁਰੂ, ਮੇਰੇ ਪਰਮਾਤਮਾ, ਮੇਰੇ ਰੱਬਾ, ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਵਲਾ, ਸੰਭਾਲ, ਮੇਰੀ ਰੱਖਿਆ ਕਰੋ। ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ, ਲੈ ਬਾਹੜੀ ਬੁਲਾਏ।
ਮਿਲ ਮੇਰੇ ਰਮਈਆ ਮੈਂ ਲੇਹ ਛਡਾਏ। ਮਿਲ ਮੇਰੇ ਰਮਈਆ, ਹੈ ਮੇਰੇ ਰਮਈਆ ਰਮੇ ਹੋਏ ਭਗਵਾਨ, ਮੈਂ ਲੇਹ ਛਡਾਏ। ਇਹਨਾਂ ਵਿਕਾਰਾਂ ਤੋਂ ਮੈਨੂੰ ਨਿਜਾਤ ਬਖਸ਼, ਖਲਾਸੀ ਬਖਸ਼। ਮਿਲ ਮੇਰੇ ਰਮਈਆ ਮੈਂ ਲਹਿ ਛਡਾਏ, ਅਥਵਾ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ, ਆਪਣੇ ਚਰਨਾਂ ਕਮਲਾਂ 'ਚ ਢੋਈ ਦੇ, ਆਸਰਾ ਦੇ, ਤਾਂ ਕਿ ਅੰਤ ਦੇ ਸਮੇਂ ਜਮਾਂ ਦਾ ਭੈ ਨਾ ਵਿਆਪੇ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਤੇਰਾ ਆਪਣੀਆਂ ਬਾਜੂਆਂ ਵਿੱਚ ਲੈਣਾ ਮੈਨੂੰ ਜਮਾਂ ਤੋਂ ਛਡਾ ਦੇਵੇਗਾ। ਰਹਾਉ ਅਸਥਾਈ ਦੀਆਂ ਪੰਗਤਾਂ ਨੇ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ। ਅਨਕ ਅਨਕ ਅਨੇਕਾਂ ਪ੍ਰਕਾਰ ਦੇ ਰਾਜ ਸਾਜ ਭੋਗ, ਵਿਸ਼ੇ ਭੋਗ, ਉਹਨਾਂ ਦੇ ਸਦਕਾ ਪ੍ਰਾਣੀ ਨੂੰ ਪਰਮਾਤਮਾ ਵਿਸਰਿਆ ਹੋਇਆ। ਰੱਬ ਨੂੰ ਭੁਲਾਉਣ ਵਾਲੇ ਰਾਜ ਮਦ, ਰਾਜ ਦਾ ਨਸ਼ਾ, ਧਨ ਦਾ ਨਸ਼ਾ, ਅਹੁਦੇ ਦਾ ਨਸ਼ਾ, ਅਨੇਕਾਂ ਪ੍ਰਕਾਰ ਦੇ ਵਿਸ਼ੇ ਭੋਗ ਜਿਹੜੇ ਰੱਬ ਨੂੰ ਭੁਲਾਉਂਦੇ, ਰਾਜ ਸਾਜ ਦੇ ਸੁੱਖ ਜਿਹੜੇ ਰੱਬ ਨੂੰ ਭੁਲਾਉਂਦੇ ਨੇ ਪ੍ਰਾਣੀ ਨੂੰ। ਸੰਸਾਰ ਸਾਗਰ ਪੈ ਅਮਰ ਭਇਆ, ਸੰਸਾਰ ਸਮੁੰਦਰ ਪੈ ਤੋਂ, ਸੰਸਾਰ ਸਮੁੰਦਰ ਪੈ ਉੱਤੇ ਅਮਰ ਭਇਆ ਹੁਕਮ ਚਲਾਉਂਦਾ। ਹੁਕਮ ਹੰਕਾਰ ਵਿੱਚ ਆਫਰਿਆ ਹੋਇਆ ਚਲਾਉਂਦਾ ਸੰਸਾਰ ਤੇ, ਵਰਤੈ ਆਫਰਿਆ। ਆਪਣੇ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋਇਆ ਇਹ ਸੰਸਾਰ ਤੇ ਹੁਕਮ ਚਾੜਦਾ, ਮੁਲਕ ਦੇ ਉੱਤੇ ਹੁਕਮਰਾਨ ਬਣ ਕੇ ਨਾਨਾ ਪ੍ਰਕਾਰ ਦੇ ਹੁਕਮ ਚਲਾਉਂਦਾ ਹੈ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਮਾਇਆ ਮੂਠਾ ਕਹਿੰਦੇ ਠੱਗਿਆ ਹੋਇਆ, ਮਾਇਆ ਦਾ ਠੱਗਿਆ ਹੋਇਆ ਚੇਤਸ ਨਾਹੀ, ਰੱਬ ਨੂੰ ਨਹੀਂ ਚੇਤਦਾ। ਚੇਤਣਾ ਹੁੰਦਾ ਸਿਮਰਨਾ। ਮਾਇਆ ਮੂਠਾ ਚੇਤਸ ਨਾਹੀ, ਪਰਮਾਤਮਾ ਨੂੰ ਸਿਮਰਦਾ ਨਹੀਂ। ਕਿਉਂ? ਮਾਇਆ ਦੇ ਪ੍ਰਕੋਪ ਥੱਲੇ ਹੈ ਨਾ, ਮਾਇਆ ਦੇ ਪ੍ਰਭਾਵ ਥੱਲੇ ਹੈ। ਉਹ ਇਹਦੀ ਸੁਰਤ ਸਰਬੱਤ ਦੇ ਭਲੇ ਵਾਲੇ ਪਾਸੇ ਲੱਗਣ ਹੀ ਨਹੀਂ ਦਿੰਦੇ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਆਲਸ, ਦਲਿੱਦਰ, ਨਾਮ ਵਾਲੇ ਪਾਸੇ ਨੂੰ ਆਲਸ ਕਰਨਾ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੈਰ। ਇਹ ਗਾਫਲਾ ਗੁਰੂ ਜੀ ਕਹਿੰਦੇ ਨੇ ਉਹ ਮਾਲਕ ਨੂੰ ਚੇਤੇ ਕਰ ਜਿਹਨੇ ਤੈਨੂੰ ਜੀਵਨ ਦਿੱਤਾ ਹੈ, ਜਿਹਨੇ ਤੇਰਾ ਇਹ ਮਨੁੱਖੀ ਜਾਮਾ ਤੈਨੂੰ ਬਖਸ਼ਿਆ। ਉਸ ਮਾਲਕ ਦਾ ਸਿਮਰਨ ਕਰ, ਉਹਨੂੰ ਚੇਤ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨਰਾਧਾ। ਸਿਮਰ ਉਸ ਪ੍ਰਮਾਤਮਾ ਨੂੰ ਜਿਹਨੇ ਤੈਨੂੰ ਮਾਟੀ ਤੇ ਜਿਨ ਕੀਤਾ ਰਤਨ, ਜਿਹਨੇ ਤੈਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ। ਕਿਣਕੇ ਮਾਤਰ ਤੋਂ ਤੈਨੂੰ 3.5 ਮਣ ਦੀ ਦੇਵਰੀ ਬਣਾ ਦਿੱਤਾ। ਮਾਇਆ ਮੂਠਾ ਚੇਤਸ ਨਾਹੀ, ਪਰ ਇਹ ਮਾਇਆ ਦਾ ਗ੍ਰਸਿਆ ਹੋਇਆ, ਮਾਇਆ ਦਾ ਠੱਗਿਆ ਹੋਇਆ, ਮੁੜ ਮਾਇਆ ਕੂਕਦਾ ਤੇ ਰੱਬ ਵਾਲੇ ਪਾਸੇ ਕਦੇ ਧਿਆਨ ਲਾਉਂਦਾ ਹੀ ਨਹੀਂ, ਸਿਮਰਦਾ ਹੀ ਨਹੀਂ। ਜਨਮ ਗਵਾਇਓ ਆਲਸੀਆ।
ਆਲਸੀ ਬੰਦੇ ਨੇ, ਦਲਿਦਰੀ ਬੰਦਿਆ, ਤੂੰ ਆਪਣਾ ਜੀਵਨ ਮਾਇਆ ਦੇ ਲੋਭ ਦੇ ਵਿੱਚ ਹੀ ਗ੍ਰਸੇ ਹੋਣ ਕਰਕੇ ਅਜਾਈ ਗਵਾ ਲੈਣਾ ਕੀਤਾ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਾਸ ਤੈ ਨਾ ਪ੍ਰਵੇਸ਼ੰ। हे ਪ੍ਰਾਣੀ, ਇੱਕ ਦਿਨ ਤੈਨੂੰ ਉਸ ਰਸਤੇ ਤੇ ਚੱਲਣਾ ਪੈਣਾ ਹੈ ਜਿਹੜਾ ਬੜਾ ਬਿਖਮ ਹੈ, ਘੋਰ ਬਿਖਮ ਹੈ, ਜਿੱਥੇ ਵਾਲ ਜਿੰਨਾ ਬਰੀਕ ਪੁਲ ਹੈ, ਪੁਰਸਲਾਤ ਦੋਜਕ ਦੀ ਅਗਨੀ ਦੇ ਬਣਿਆ ਹੋਇਆ ਹੈ, ਹੇਠਾਂ ਲਟਾ-ਲਟ ਅੱਗ ਬਲ ਰਹੀ ਹੈ ਤੇ ਉੱਪਰ ਦੀ ਲੰਘਾਉਂਦੇ ਨੇ ਫਿਰ ਜੀਵ ਨੂੰ। ਅੱਗੇ ਅੱਗ ਬਲਦੀ ਦੇਖ ਕੇ ਪਿਛਾਂ ਨੂੰ ਭੱਜਦਾ, ਪਿੱਛੋਂ ਜਮ ਕਾ ਡੰਡ ਮੂੰਡ ਮੈਂ ਲਾਗੈ, ਪਿੱਛੋਂ ਜਮਾਂ ਦਾ ਡੰਡਾ ਸਿਰ ਵਿੱਚ ਵੱਜਦਾ। ਫਿਰ ਜਿਵੇਂ ਕਿਵੇਂ ਉਹ ਲੰਘਦਾ, ਫਿਰ ਅੱਗੇ ਵੈਤਰਨੀ ਨਦੀ ਹੈ, ਲਹੂ ਮਿੱਝ ਪਾਕ ਦੀ ਭਰੀ ਹੋਈ ਵਗਦੀ, ਉਹਦੇ ਵਿੱਚੋਂ ਦੀ ਗੋਤੇ ਖਾਂਦਾ ਜਾਂਦਾ ਅੱਗੇ। ਇਹ ਤਰ੍ਹਾਂ ਤਰ੍ਹਾਂ ਦੇ ਨਰਕ ਭੋਗਣੇ ਪੈਂਦੇ ਨੇ। ਬਿਖਮ ਮਾਰਗ ਹੈ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ। ਪੰਥ ਕਹਿੰਦੇ ਰਸਤੇ ਨੂੰ, ਪਥ ਨੂੰ। ਹੋਰ ਬਿਖਮ ਰਸਤੇ ਤੇ ਚੱਲਣਾ ਪੈਣਾ ਪ੍ਰਾਣੀ। ਇੱਕ ਦਿਨ ਰਾਵ ਸਾਸ ਤੈ ਨਾ ਪ੍ਰਵੇਸ਼ੰ, ਉੱਥੇ ਨਾ ਸੂਰਜ ਦੀ ਧੁੱਪ ਹੈ, ਨਾ ਉੱਥੇ ਰਾਤ ਨੂੰ ਚੰਦਰਮਾ ਦੀ ਚਾਂਦਨੀ ਹੈ, ਨਾ ਦਿਨੇ ਲੋ ਹੈ, ਨਾ ਰਾਤ ਨੂੰ ਲੋ ਹੈ। ਉਹ ਹਨੇਰੀ ਹੈ ਬਸ, ਲਾਈਟ ਕੋਈ ਨਹੀਂ। ਲਾਈਟ 2 ਮਿੰਟ ਕਿਤੇ ਚਲੀ ਜਾਵੇ ਨਾ ਤੇ ਘਰ ਉਹੀ ਹੁੰਦਾ, ਬੰਦਾ ਠੇਡੇ ਖਾਂਦਾ ਫਿਰਦਾ, ਤੁਰਦਾ ਫਿਰਦਾ ਠੇਡੇ ਖਾਂਦਾ। ਆਪਣੇ ਘਰ ਦੇ ਵਿੱਚ ਕਿਉਂ ਲਾਈਟ ਨਹੀਂ ਹੈ? ਹੁਣ ਜਿਹੜੇ ਰਸਤੇ ਬਾਬਤ ਭਗਤ ਤਰਲੋਚਨ ਜੀ ਇਸ਼ਾਰਾ ਕਰ ਰਹੇ ਨੇ, ਭਗਤ ਤਰਲੋਚਨ ਜੀ ਕਹਿੰਦੇ ਨੇ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸਤੈ ਨਾ ਪ੍ਰਵੇਸ਼ੰ। ਪ੍ਰਵੇਸ਼ਣ ਕੀਏ, ਨਾ ਸੂਰਜ ਦੀਆਂ ਕਿਰਨਾਂ ਉੱਥੇ ਪੁੱਜਦੀਆਂ, ਨਾ ਚੰਦਰਮਾ ਦੀਆਂ ਰਿਸ਼ਮਾਂ ਉੱਥੇ ਪੁੱਜਦੀਆਂ ਨੇ। ਕੋਪਾ ਹਨੇਰਾ ਹੀ ਹੈ, ਉੱਥੇ ਤੈਨੂੰ ਉਸ ਰਸਤੇ ਤੇ ਟੁਰਨਾ ਪਵੇਗਾ। ਜੇ ਨਾਮ ਜਪੇਗਾ, ਪਰਮਾਤਮਾ ਨੂੰ ਚੇਤੇ ਰੱਖੇਗਾ, ਫਿਰ ਐਸਾ ਕੁਛ ਨਹੀਂ ਹੋਵੇਗਾ। ਮਾਇਆ ਮੋਹ ਤਾਂ ਬਿਸਰ ਗਿਆ, ਜਾਂ ਤਜੀਏ ਸੰਸਾਰੰ। ਜਦੋਂ ਤਜੀਏ ਸੰਸਾਰੰ, ਸੰਸਾਰ ਤਿਆਗਣ ਦਾ ਸਮਾਂ ਆਇਆ ਤੇ ਜਿਹੜੀ ਮਾਇਆ ਨੂੰ ਬੜਾ ਹਿਤ ਕਰਦਾ ਸੀ, ਜਿਹੜੀ ਮਾਇਆ ਤੋਂ ਬਿਨਾ ਦੂਜੀ ਗੱਲ ਹੀ ਨਹੀਂ ਸੀ ਕਰਦਾ, ਤੇ ਉਹ ਫਿਰ ਕੀ ਹੋਇਆ? ਮਾਰੇ ਕਹਿੰਦੇ ਜਦੋਂ ਅੰਤ ਦਾ ਵੇਲਾ ਆਇਆ ਨਾ ਸੰਸਾਰ ਛੱਡਣ ਦਾ, ਤੇ ਮਾਇਆ ਦਾ ਮੋਹ ਹੁਣ ਚੰਗਾ ਨਹੀਂ ਲੱਗਦਾ। ਕਿਉਂ? ਮੂਹਰੇ ਉਹ ਭਿਆਨਕ ਰੂਹਾਂ ਜਮਦੂਤ ਉਹ ਦਿਖਾਈ ਦੇ ਰਹੇ ਨੇ। ਜਮਦੂਤ ਨੇ ਜਿਹੜੇ, ਜਮਦੂਤ ਜਦੋਂ ਦਿਖਾਈ ਦਿੰਦੇ ਨੇ ਤਾਂ ਮੇਰੇ ਪਾਤਸ਼ਾਹ ਜੀ ਕਹਿ ਰਹੇ ਨੇ, ਉਸ ਵੇਲੇ ਬਿਖਮ ਘੋਰ ਪੰਥ ਤੇ ਚੱਲਣ ਦੀ ਤਿਆਰੀ ਹੈ, ਸੰਸਾਰ ਤਿਆਗਣ ਦੀ ਤਿਆਰੀ। ਮਾਇਆ ਮੋਹ ਤਬ ਬਿਸਰ ਗਿਆ। ਹੁਣ ਸਾਰਿਆਂ ਦਾ ਮੋਹ ਜਿਹਾ ਟੁੱਟ ਗਿਆ। ਪਰਿਵਾਰ ਵਾਲੇ ਵੀ ਚਾਹੁੰਦੇ ਹੋਏ ਵੀ ਕੁਝ ਕਰ ਨਹੀਂ ਸਕਦੇ, ਬੇਵਸ ਨੇ। ਔਰ ਜਿਹੜਾ ਘਰ ਪਰਿਵਾਰ, ਜਾਇਦਾਦ, ਮਕਾਨ, ਕਾਰਾਂ, ਕੋਠੀਆਂ, ਗੱਡੀਆਂ ਬਣਾਈਆਂ ਸੀ, ਹੁਣ ਉਹ ਸੁਰਤ ਵਿੱਚ ਨਹੀਂ, ਉਹ ਸੁਰਤ ਵਿੱਚੋਂ ਨਿਕਲ ਗਏ। ਮਾਇਆ ਮੋਹ ਤਾਂ ਬਿਸਰ ਗਿਆ, ਜਾ ਤਜੀਏ ਸੰਸਾਰ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਵੇਖੀਏ ਲੈ ਧਰਮ ਰਾਉ। ਅੱਜ ਮੇਰੇ ਮਨ ਪ੍ਰਗਟ ਭਇਆ, ਪ੍ਰਤੱਖ ਹੋ ਗਿਆ ਨਾਮ ਜਪਣ ਵਾਲਿਆਂ ਦੇ। ਵੇਖੀਏ ਲੈ ਧਰਮ ਰਾਉ, ਜਿਹੜੇ ਨਾਮ ਜਪ ਕੇ ਜਾਂਦੇ ਨੇ, ਉਹਨਾਂ ਦਾ ਅੰਦਰ ਵੀ ਗਿਆਨ ਦੇ ਨਾਲ ਰੁਸ਼ਨਾਇਆ ਹੁੰਦਾ ਹੈ ਤੇ ਮੱਥਾ ਵੀ ਦਮਕਾ ਮਾਰਦਾ ਹੁੰਦਾ ਹੈ।
ਉਹ ਕਹਿੰਦੇ ਆਹ ਦਾ ਸਮਾਂ ਸੁਹਾਗਣਾ, ਇੱਕ ਮਨਮੁਖ ਦੀ ਮੌਤ ਹੈ, ਉਹ ਕੁਰਲਾਉਂਦਾ ਜਾਂਦਾ ਹੈ। ਜਿੰਦ ਨਮਾਣੀ ਕੱਢੀਏ ਹੱਡਾ ਕੂਕੜ ਕਾਏ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਫਰੀਦਾ ਆਪਣਾ ਹੱਥੀ ਜੋਲ ਕੇ ਕਹਿਗਲ ਲੱਗੇ ਧਾਏ। ਮਨਮੁਖਾਂ ਦੇ ਤੇ ਹੱਡ ਕੜਕੜ ਵੱਜਦੇ ਜਦੋਂ ਸਰੀਰ ਛੁੱਟਣਾ ਹੁੰਦਾ ਹੈ। ਤੇ ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹ ਕਹਿੰਦੇ ਅੱਜ ਮੇਰੇ ਲਈ ਭਾਗਾਂ ਵਾਲਾ ਦਿਨ ਹੈ। ਜਿਵੇਂ ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਜਾ ਦਿਨ ਹਾਮੂਆ ਪਾਛੇ ਭਇਆ ਆਨੰਦ, ਮੋਇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਭਾਈ ਆਜ ਮੇਰੇ ਮਨ ਪ੍ਰਗਟ ਭਇਆ, ਪ੍ਰਤੱਖ ਹਾਜ਼ਰ ਨਾਜ਼ਰ ਨਜ਼ਰੀ ਆਇਆ। ਵੇਖੀਏ ਲੈ ਧਰਮ ਰਾਓ, ਦੇਖ ਲਵਾਂਗਾ ਧਰਮ ਰਾਜੇ ਨੂੰ। ਹੰਕਾਰ ਨਹੀਂ ਇਹਦੇ ਚ ਕਿ ਮੇਰੇ ਅੰਦਰ ਜੋ ਪ੍ਰਮਾਤਮਾ ਨੇ ਗਿਆਨ ਦਾ ਚਾਨਣਾ ਬਖਸ਼ ਦਿੱਤਾ, ਇਹਨੂੰ ਧਰਮ ਰਾਜਾ ਦੇਖੇਗਾ। ਇਹ ਇੱਕ ਸਾਈਨ ਹੀ ਹੁੰਦਾ ਹੈ, ਦਰਗੇ ਕਾ ਬਸੀਠ ਹੋ ਕੇ ਨਿਬੜਦਾ। ਜਿਹਦੇ ਅੰਦਰ ਪਰਮਾਰਥਕ ਗਿਆਨ, ਰੱਬੀ ਗਿਆਨ ਦਾ ਚਾਨਣਾ ਹੋ ਗਿਆ, ਉਹਦੇ ਕਾਗਜ਼ ਧਰਮ ਰਾਜਾ ਨਹੀਂ ਫਰੋਲ ਸਕਦਾ ਜੀ। ਤੈ ਕਰ ਦਲ ਕਰਨ ਮਹਾਬਲੀ, ਤਿਨ ਆਗ ਲੜੈ ਮੈਂ ਰਹਿਣ ਨ ਜਾਏ। ਅਥਵਾ ਭਗਤ ਤਰਲੋਚਨ ਜੀ ਕਹਿੰਦੇ, ਅੱਜ ਨਾ ਮੇਰੇ ਤਾਂ ਪ੍ਰਤਾਖੀ ਉਹ ਚਲਕਾਰਾ ਵੱਜਿਆ, ਪ੍ਰਗਟ ਹੋ ਗਿਆ ਕਿ ਕਿਵੇਂ ਧਰਮ ਰਾਜੇ ਦੇ ਭੇਜੇ ਹੋਏ ਦੂਤ ਆਉਂਦੇ ਨੇ ਜੀਵ ਨੂੰ ਲੈਣ ਵਾਸਤੇ। ਜਿੰਦ ਨੂੰ ਹੱਡ ਕੜਕੜ ਵੱਜਦਿਆਂ ਦੇ ਦਰਮਿਆਨ ਕੱਢ ਲੈਂਦੇ ਨੇ। ਜਾਨ ਬੰਦੇ ਦੀ ਜਾਨ ਕੱਢ ਕੇ ਕਹਿੰਦੇ ਤੈ ਕਰ ਦਲ ਕਰਨ ਮਹਾਬਲੀ। ਕਰ ਕਹਿੰਦੇ ਹੱਥਾਂ ਵਿੱਚ ਲੈ ਕਰਕੇ ਦਲ ਮਲ ਦਿੰਦੇ ਨੇ, ਦਰੜ ਮਰੜ ਦਿੰਦੇ ਨੇ। ਕਹਿੰਦੇ ਜਮਦੂਤ ਜਿਹੜੇ ਹੁੰਦੇ ਨੇ ਉਹ ਜੀਵ ਨੂੰ, ਜਾਨ ਨੂੰ, ਸਰੀਰ ਨੂੰ ਦਰੜ ਮਰੜ ਕਰ ਦਿੰਦੇ ਨੇ। ਮਹਾਬਲੀ ਜੋ ਹੈ ਉਹਨਾਂ ਦੇ ਅੱਗੇ ਬੰਦੇ ਦਾ ਬਲ ਤਾਂ ਥੋੜਾ ਜਿਹਾ। ਹਾਂ, ਜੇ ਭਗਤੀ ਦਾ ਬਲ ਹੋਵੇਗਾ, ਬੰਦਗੀ ਦਾ ਬਲ ਹੋਵੇਗਾ ਤੇ ਉਹ ਨੇੜੇ ਨਹੀਂ ਆਉਣਗੇ। ਵਰਨਾ ਮਨਮੁਖ ਬੰਦੇ ਨੂੰ ਤਾਂ ਪਕੜ ਕੇ ਹੱਥਾਂ ਦੇ ਨਾਲ ਹੀ ਮਲ ਸਿੱਟਦੇ ਆ। ਤੈ ਕਰ ਦਲ ਕਰਨ, ਕਰਨ ਕਹੀਏ ਕਰ ਦਿੰਦੇ ਨੇ ਮਹਾਬਲੀ। ਤਿਨੇ ਆਗਲੜੇ ਮੈਂ ਰਹਿਣ ਨ ਜਾਏ। ਤੀਜੀ ਵਾਰੀ ਸ਼ਬਦ ਆਗਲੜੇ ਆਇਆ। ਸ਼ਬਦ ਇਸੇ ਦੇ ਵਿੱਚ ਅੱਖਰ ਆਗਲੜੇ ਆਇਆ। ਕਹਿੰਦੇ ਉੱਥੇ ਫਿਰ ਜਮਾਂ ਦੇ ਮੂਹਰੇ ਕੋਈ ਬੰਦੇ ਦੀ ਪੇਸ਼ ਨਹੀਂ ਜਾਂਦੀ। ਇਹ ਚਲਕਾਰਾ ਮੇਰੇ ਅੱਜ ਵੱਜਿਆ ਹਿਰਦੇ। ਭਗਤ ਤਰਲੋਚਨ ਜੀ ਕਹਿ ਰਹੇ ਨੇ, ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਜੇ ਕੋਈ ਮੈਨੂੰ ਉਪਦੇਸ਼ ਕਰੇ ਪਵਿੱਤਰ ਪਾਵਨ ਬਾਣੀ ਦਾ, ਪਰਮਾਤਮਾ ਦੇ ਨਾਲ ਮਿਲਣ ਦਾ, ਜਿਹਨੇ ਉਪਦੇਸ਼ ਗੁਰੂ ਦਾ ਸੁਣਿਆ, ਕਮਾਇਆ, ਪੱਲੇ ਬੰਨ ਲਿਆ, ਨਿਤਾ ਪ੍ਰਤੀ ਗੁਰੂ ਦੀ ਦੱਸੀ ਹੋਈ ਮਰਿਆਦਾ ਦਾ ਨੇਮ ਨਿਭਾਇਆ, ਤਾਂ ਉਹਨੂੰ ਤਾਂ ਫਿਰ ਅਖੀਰ ਦੇ ਸਮੇਂ ਜਮਦੂਤ ਨਹੀਂ ਦਿਸਦੇ। ਉਹਨੂੰ ਵਣ ਤ੍ਰਿਣ, ਵਣਾਂ ਵਿੱਚ, ਘਾਹ ਬੂਟੀਆਂ ਦੇ ਵਿੱਚ ਰਤੜਾ ਨਾਰਾਇਣ। ਰਤੜਾ ਕੀ ਰਤਿਆ ਹੋਇਆ ਨਾਰਾਇਣ, ਸਭਨਾਂ ਨਰਾਂ ਵਿੱਚ ਜੋ ਆਇਆ ਹੋਇਆ ਹੈ ਨਾਰਾਇਣ, ਸੋ ਨਜ਼ਰੀ ਆਉਂਦਾ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤਰਲੋਚਨ ਰਾਮਈਆ। ਐ ਜੀ ਹੇ ਵਾਹਿਗੁਰੂ ਜੀਓ, ਤੂੰ ਆਪੇ ਸਭ ਕਿਛ ਜਾਣਦਾ। ਤੂੰ ਆਪ ਹੀ ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਸਭਨਾਂ ਨੂੰ ਜਾਣਦਾ ਹੈ। ਜੀਵ ਦੀ ਚੰਗੀ ਮਾੜੀ ਬਿਰਤੀ ਨੂੰ ਵੀ ਤੂੰ ਆਪ ਜਾਣਦਾ ਹੈ। ਐ ਜੀ ਤੂੰ ਆਪੇ ਸਭ ਕਿਛ ਜਾਣਦਾ। ਜੀਵ ਦੀ ਹਾਲਤ ਤੇਰੇ ਕੋਲੋਂ ਗੁੱਝੀ ਨਹੀਂ।
ਸਭ ਤੈਨੂੰ ਪ੍ਰਤੱਖ ਹੈ, ਪ੍ਰਗਟ ਹੈ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤਰਲੋਚਨ ਰਾਮਈਆ। ਬਦਤ ਆਖਦਾ ਹੈ, ਤਰਲੋਚਨ ਤੇਰੇ ਚਰਨਾਂ ਵਿੱਚ ਤਰਲੋਚਨ। ਇਹ ਬੇਨਤੀ ਬਦਤ ਕਹੀਏ ਮੁਖੋਂ ਉਚਾਰਦਾ ਰਮਈਆ। ਹੇ ਰਮੇ ਹੋਏ ਰਾਮ, ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਤਰਲੋਚਨ ਦੀ ਇਹ ਬੇਨਤੀ ਹੈ ਕਿ ਜੀਵਾਂ ਦੀ ਸਾਰੀ ਮਾੜੀ ਚੰਗੀ ਕਰਨੀ ਨੂੰ, ਮਾੜੇ ਚੰਗੇ ਖਿਆਲਾਂ ਨੂੰ, ਮਾੜੇ ਚੰਗੇ ਕਰਮਾਂ ਨੂੰ, ਕੀਤੇ ਕਮਾਏ ਕਰਮਾਂ ਨੂੰ, ਸਭਨਾਂ ਨੂੰ ਤੂੰ ਜਾਣਦਾ ਹੈ। ਮੇਰੀ ਤੇਰੇ ਚਰਨਾਂ 'ਚ ਇਹ ਨਮਸਕਾਰ ਹੈ। ਸੋ ਇਸ ਪ੍ਰਕਾਰ ਇੱਥੇ ਸ਼ਬਦ ਵੀ ਸਮਾਪਤ, ਸਮੇਂ ਦੀ ਵੀ ਸਮਾਪਤੀ ਭਰ ਕੇ ਸ਼ਬਦ ਆਵੇਗਾ ਸ੍ਰੀ ਰਾਗ ਭਗਤ ਕਬੀਰ ਜੀਓ ਦਾ। ਕਬੀਰ ਜੀ ਦਾ ਪਾਵਨ ਸ਼ਬਦ ਅਚਰਜ ਏਕ ਸਨੋਰੇ ਪੰਡਿਆ ਅਬ ਕਿਛ ਕਹਿਨ ਨ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹਿ ਤ੍ਰਿਭਵਨ ਮੇਖ ਲੀਲਾਈ। ਸੋ ਇਸ ਪਾਵਨ ਸ਼ਬਦ ਦੀ ਵਿਚਾਰ ਭਲਕੇ ਅੱਗੇ ਗੁਰੂ ਕਿਰਪਾ ਸਦਕਾ ਹੋਵੇਗੀ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ, ਫਿਰ ਅਰਦਾਸ ਹੋਵੇਗੀ। ਮਹਾਰਾਜ ਸਾਹਿਬ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਸਭ ਆਪੇ ਸਭ ਕਿਛ ਜਾਣਦਾ, ਬਦਤ ਤਰਲੋਚਨ ਰਾਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। हे पूरन हे सर्ब मैं, दुख भंजन गुण तास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पिहु बनहार। हे संता कै सदा संग, निदारा आधार। हे ठाकुर हूँ दास रू, मैं निर्गुण गुण नहीं कोय। नानक दीजै नाम दान, राखो हिय परोय। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़ै सो तुरह पार। जो शरदा कर सेवंदी, गुर पार उतारन हार। जो शरदा कर सेवंदी, गुर पार उतारन हार। वाहिगुरु जी का खालसा, वाहिगुरु जी की फतेह। तू ठाकुर तुम अरदास, जियो पिंड सब तेरी रास। तुम मात पिता हम बारक तेरे, तुमरी कृपा में सुख कनेरे। कोई न जान तुमरा अंत, ऊंचे ते ऊंचा भगवंत।